ਜਿਹੜੀ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਆ, ਪਹਿਲੀ ਗੱਲ ਤੇ ਇਸ ਸਟੇਜ ਦੇ ਉੱਪਰੋਂ ਜਿਹੜੀ ਬਲਕੌਰ ਸਿੰਘ ਦੀ ਗੱਲ ਕੀਤੀ ਹੈ ਉਹ ਬਹੁਤ ਘਟੀਆ ਪੱਧਰ ਦੀ ਗੈਰ ਇਤਿਹਾਸਕ ਤੱਥਾਂ ਦੇ ਉੱਪਰ ਆਧਾਰਿਤ ਸੀ। ਜਿਹੜੀ ਉਹਨੇ ਗੱਲ ਕੀਤੀ ਕਿ ਬਘੇਲ ਸਿੰਘ ਇੱਥੋਂ ਕੁਰਸੀ ਪੁੱਟ ਕੇ ਲੈ ਗਿਆ, ਨਹੀਂ ਕੋਈ ਗੱਲਾਂ ਬਿਲਕੁਲ ਗਲਤ ਹੈ। ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹਨੂੰ ਪੀਕੌਕ ਥਰੋਨ ਕਿਹਾ ਜਾਂਦਾ, ਜਿਸ ਨੂੰ ਤਖਤੇ ਤਾਊਸ ਕਿਹਾ ਜਾਂਦਾ, ਉਹਦਾ ਜਿਹੜਾ ਉੱਪਰਲਾ ਕੀਮਤੀ ਸਮਾਨ ਸੀ ਉਹ ਤਾਂ ਤਕਰੀਬਨ 1745 ਵਿੱਚ ਨਾਦਰਸ਼ਾਹੀ ਲੈ ਗਿਆ ਸੀ। ਹੁਣ ਚੱਕਰ ਇਹ ਹੈ ਕਿ ਅਸੀਂ ਜੇ ਦਿੱਲੀ ਨੂੰ ਫਤਿਹ ਕੀਤਾ ਤੇ ਲੁੱਟ ਮਾਰ ਦੀ ਨੀਅਤ ਨਾਲ ਇਹ ਦੇਖਣੇ ਪਏ। ਇਤਿਹਾਸ ਦੇ ਵਿੱਚ ਸਾਡੇ ਕੋਲ ਕੁਝ ਸਰੋਤ 17 ਵਾਰ ਕਹਿੰਦੇ ਨੇ, ਕੁਝ 18 ਵਾਰ ਕਹਿੰਦੇ ਨੇ। ਮੈਂ ਕਹਿੰਦਾ ਅਸੀਂ 17 ਵਾਰ ਵੀ ਮੰਨ ਕੇ ਚੱਲੀਏ। 17 ਵਾਰ ਦਿੱਲੀ ਫਤਿਹ ਦੇ ਵਿੱਚ ਪਿਆ ਹੀ ਜਾਣਾ। ਜਦੋਂ ਬਾਹਰ ਜੋਨ ਦੇ ਵਿੱਚ ਬੈਠੇ ਹੁੰਦਾ ਉਦੋਂ ਹਰ ਵਿਅਕਤੀ ਦੇ ਕੋਲ ਉਹ ਪਾਇਆ ਨਹੀਂ ਹੁੰਦੀ ਕਿ ਸੰਗਤ ਵੈਸੇ ਵਰਗੀ ਪਾਈ ਕਰ ਸਕਦੀ। ਟਾਈਮ ਕਰਕੇ ਹੁਣ ਜਿਹੜੇ ਨੌਜਵਾਨ ਆਏ ਹੋਏ ਉਹ ਅਗਲਾ ਪ੍ਰੋਗਰਾਮ ਮੰਨਦੇ ਆ, ਕਿਉਂਕਿ ਜਦੋਂ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਦਿੱਲੀ ਚੱਲੋ ਤਾਂ ਉਸ ਵੇਲੇ ਨੌਜਵਾਨਾਂ ਨੂੰ ਇਹ ਨਹੀਂ ਸੀ ਕਿ ਤੁਸੀਂ ਦਿੱਲੀ ਪਾਰਟਨ ਤੇ ਜਾ ਕੇ ਉਹਦੇ ਲੰਗਰ ਲਾ ਕੇ ਬਿਠਾ ਦਿਓ। ਨੌਜਵਾਨ ਉਹਨਾਂ ਜਜ਼ਬਾਤਾਂ ਦੇ ਵਿੱਚ ਆਏ। ਹੁਣ ਨੌਜਵਾਨ ਇੱਕ ਸਵਾਲ ਕਰਦੇ ਨੇ ਕਿ ਮੈਂ ਗਵਰਨਮੈਂਟ ਕਾਲਜ 'ਚ ਗਿਆ, ਕਹਿੰਦਾ ਜੀ ਸਾਨੂੰ ਕੋਈ ਚੈਨਲ ਜਿਹੜਾ ਇਹ ਤਾਂ ਪੁੱਛ ਕੇ ਦੱਸ ਦੇਵੇ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਨੌਜਵਾਨ ਲੀਡਰ ਨੇ ਉਹਨਾਂ ਦੇ ਮਾਂ ਪਿਓ ਆਏ ਨੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਬੱਚੇ ਆਏ ਨੇ। ਇਹ ਅਹਿਮ ਗੱਲ ਹੈ। ਸੋ ਇਸ ਕਰਕੇ ਇਹੀ ਕਾਰਨ ਹੈ ਕਿ ਜਥੇਬੰਦੀਆਂ ਜਿਹੜੀਆਂ ਨੇ ਹੁਣ ਅਗਲੇਰਾ ਪ੍ਰੋਗਰਾਮ ਉਸ ਪੱਧਰ ਦੇਣ ਦੇ ਵਿੱਚ ਅਸਫਲ ਰਹੀਆਂ ਨੇ। ਉਸ ਅਸਫਲਤਾ ਦੇ ਵਿੱਚੋਂ ਹੀ ਜਿਹੜੇ ਇਹਨਾਂ ਦੇ ਲੀਡਰ ਦੇ ਨਾਮ ਹੈ ਕਿ ਕਦੀ ਦੀਪ ਸਿੰਘ ਜੀ, ਕਦੀ ਮੈਨੂੰ, ਕਦੀ ਲੱਖੇ ਸਰਾਣੇ ਨੂੰ ਨਿਸ਼ਾਨਾ ਬਣਾਉਂਦੇ ਨੇ। ਪਤਾ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਸਿੰਘ ਚੀਮਾ ਤੇ ਤੁਸੀਂ ਦੇਖ ਰਹੇ ਹੋ 24 ਬੰਬ ਟੀਵੀ। ਦੁਨੀਆ ਦਾ ਇਤਿਹਾਸਿਕ ਸੰਘਰਸ਼ ਚੱਲ ਰਿਹਾ ਹੈ ਔਰ ਵਰਲਡ ਪ੍ਰੋਟੈਸਟ ਜਿਹੜਾ ਉਹ ਨਾਮ ਲੈ ਚੁੱਕਿਆ ਹੈ ਔਰ ਜਿੱਥੇ ਕਿ ਹਰ ਤਬਕਾ ਇਸ ਸੰਘਰਸ਼ ਦੇ ਨਾਲ ਜੁੜਿਆ ਹੈ, ਉੱਥੇ ਸੰਘਰਸ਼ ਦੇ ਵਿੱਚ ਉੱਘੇ ਇਤਿਹਾਸਕਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਸਾਹਿਬ ਸਾਡੇ ਨਾਲ ਜੁੜੇ ਹੈ ਔਰ ਕਾਫੀ ਲੰਬੇ ਸਮੇਂ ਤੋਂ ਇਸ ਸੰਘਰਸ਼ ਦੇ ਨਾਲ ਔਰ ਕੜੀਆਂ ਦੇ ਨਾਲ ਜੁੜੇ ਹੋਏ ਹੈ। ਸੋ ਗੱਲਬਾਤ ਕਰਾਂਗੇ ਸੰਘਰਸ਼ ਨੂੰ ਕਿਵੇਂ ਦੇਖ ਰਹੇ ਆ ਔਰ ਕੀ ਨਜ਼ਰੀਆ ਤੇ ਆਉਣ ਵਾਲੀਆਂ ਪਲੈਨਿੰਗਾਂ ਤੇ ਕੁਝ ਜਿਹੜੇ ਇਤਿਹਾਸਿਕ ਲਮਹਿਆਂ ਨੂੰ ਜਿਹੜਾ ਤੁਹਾਡੇ ਤੱਕ ਪਹੁੰਚਾਵਾਂਗੇ। ਸੋ ਡਾਕਟਰ ਸਾਹਿਬ 24 ਬੰਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮਿਹਰਬਾਨੀ। ਡਾਕਟਰ ਸਾਹਿਬ, ਦੁਨੀਆ ਦਾ ਇਤਿਹਾਸਿਕ ਸੰਘਰਸ਼ ਹੈ, ਤੁਹਾਡੇ ਤੋਂ ਵੱਧ ਕੇ ਇਤਿਹਾਸ ਦਾ ਚਲੋ ਹਰ ਇੱਕ ਵਰਗ ਨੂੰ ਬਹੁਤ ਡੀਪਲੀ ਕਿਤਾਬੀ ਤਬਕੇ ਦੇ ਨਾਲ ਜੁੜੇ ਹੋਏ ਹੋ, ਕਿਤਾਬੀ ਲਿੰਕ ਦੇ ਨਾਲ ਜੁੜੇ ਹੋਏ ਹੋ, ਕਿਵੇਂ ਦੇਖ ਰਹੇ ਹੋ ਸਾਰੇ ਮੰਜ਼ਰ? ਵੇਖੋ, ਇਹਦੀ ਗੱਲ ਬੜੀ ਸਪਸ਼ਟ ਹੈ ਕਿ ਇਹ ਸੰਘਰਸ਼ ਜਿਹੜਾ ਹੈ ਇਹ ਕਿਸੇ ਵੀ ਇੱਕ ਆਗੂ ਦੀ ਨੁਮਾਇੰਦਗੀ ਹੈ। ਇਹ ਲੋਕਾਂ ਦਾ ਸੰਘਰਸ਼ ਹੈ। ਪਹਿਲੀ ਤੇ ਇਹ ਸਰਕਾਰ ਦੀ ਕੋਸ਼ਿਸ਼ ਕਿ ਜਿਹੜੀ ਲੋਕਾਂ ਦੀ ਕਲੈਕਟਿਵ ਕੌਨਸ਼ੀਅਸਨੈਸ ਹੈ, ਜਿਹੜੀ ਲੋਕਾਂ ਦੀ ਸਮੂਹਿਕ ਚੇਤਨਤਾ, ਜਿਹਨੂੰ ਤੁਸੀਂ ਗੁਰੂ ਦੀ ਕਲਾ ਕਹਿ ਸਕਦੇ ਹੋ, ਉਹ ਜਿਹੜੀ ਗੁਰੂ ਦੀ ਕਲਾ ਹੈ ਉਹ ਵਰਤੀ ਹੈ। ਤੇ ਇਹਦਾ ਸੰਘਰਸ਼ ਦਾ ਇਹ ਜਿਹੜਾ ਸੰਗਠਿਤ ਰੂਪ ਜਿਹੜਾ ਇਹ ਤੁਹਾਡੇ ਸਾਹਮਣੇ ਆਇਆ, ਇਹਦੇ ਵਿੱਚ ਜੇ ਅਸੀਂ ਕਹੀਏ ਕਿ ਕਿਸੇ ਇੱਕ ਵਿਅਕਤੀ ਦੀ, ਕਿਸੇ ਜਥੇਬੰਦੀ ਦੀ ਜਾਂ ਕਿਸੇ ਕਿਸਾਨ ਯੂਨੀਅਨ ਦੀ ਕੋਈ ਬਹੁਤ ਵੱਡੀ ਭੂਮਿਕਾ ਤਾਂ ਇਹ ਨਹੀਂ ਹੁੰਦੀ ਹੈਗੀ। ਕਿਸਾਨ ਯੂਨੀਅਨਾਂ ਇਹ ਗੱਲ ਤਾਂ ਕਹਿੰਦੀਆਂ ਨੇ ਕਿ ਅਸੀਂ ਅੱਗੇ 40 ਸਾਲ ਤੋਂ ਸੰਘਰਸ਼ ਕੀਤਾ, ਜਿਹੜਾ ਤੁਸੀਂ ਵੇਖ ਰਹੇ ਹੋ ਸ਼ਾਇਦ ਇਹ ਉਹਦਾ ਜਿਹੜਾ ਇੱਕ ਝਲਕਾਰਾ ਹੈ, ਪਰ ਇਹ ਬਿਲਕੁਲ ਗਲਤ ਹੈ। ਜਿੰਨਾ ਚਿਰ ਤੱਕ ਇਹ ਸਾਰੀਆਂ ਗੱਲਾਂ ਲੋਕ ਚੇਤਨਤਾ ਦਾ ਹਿੱਸਾ ਨਹੀਂ ਬਣੀਆਂ, ਜਿੰਨਾ ਚਿਰ ਗੁਰੂ ਦੀ ਕਲਾ ਨਹੀਂ ਬਦਲੀ, ਉਹਨਾਂ ਚਿਰ ਤੱਕ ਪਹਿਲਾਂ ਇਹਦੇ ਤੋਂ ਵੱਡੇ ਕਿਸਾਨ ਹੁੰਦੇ ਸੀ। 83 ਦੇ ਵਿੱਚ ਬਹੁਤ ਵੱਡਾ ਮੁੱਦਾ ਸੀ, 80 ਤੋਂ ਲੈ ਕੇ 83 ਤੱਕ ਕਿਸਾਨ ਦੀ ਨਹੀਂ ਲਿਖ ਸੀ, ਪਰ ਇੰਨਾ ਵੱਡਾ ਸੰਘਰਸ਼ ਨਹੀਂ ਸਮਝਿਆ ਗਿਆ। ਸੋ ਇੱਕ ਅਹਿਮ ਗੱਲ ਹੈ ਕਿ ਕਿਸੇ ਵੀ ਲੀਡਰ ਨੂੰ ਇਹ ਅਹੰਕਾਰ ਕਰਨ ਦੀ ਬਜਾਏ ਇਹ ਸ਼ਾਇਦ ਲੋਕ ਮੇਰੇ ਕਹਿਣ ਤੇ ਆਏ, ਇਹ ਬਿਲਕੁਲ ਜਿਹੜਾ ਖੋਖਲਾ ਵਾ, ਇਹ ਗੁਰੂ ਦੀ ਕਲਾ ਹੈ, ਉਹਦਾ ਵਰਤਾਇਆ ਹੋਇਆ ਸਾਰਾ ਵਰਤਾਰਾ ਹੈ ਤੇ ਲੋਕਾਂ ਦੀ ਸਮੂਹਿਕ ਚੇਤਨਤਾ, ਸਮੂਹਿਕ ਲੋਕਾਂ ਦੇ ਕਰਕੇ ਇਹਦੇ ਵਿੱਚ ਹਰ ਇੱਕ ਬੱਚਾ ਜਿਹੜਾ ਟਰੈਕਟਰ ਦੇ ਉੱਪਰ ਜਾਂ ਟਰਾਲੀ ਦੇ ਉੱਪਰ ਆਇਆ ਤੇ ਇੱਕ ਬਜ਼ੁਰਗ ਉਹਦਾ ਬਰਾਬਰ ਦਾ ਹਿੱਸਾ। ਇਹਦਾ ਤੁਸੀਂ ਮੇਰੇ ਤੋਂ ਲੈ ਕੇ ਕਿਸੇ ਨੂੰ, ਕਿਸੇ ਆਗੂ ਤੱਕ ਤੁਸੀਂ ਕਿਸੇ ਨੂੰ ਵੀ ਇਹਦਾ ਕ੍ਰੈਡਿਟ ਨਹੀਂ ਦੇ ਸਕਦੇ ਕਿ ਇਕੱਲੇ ਬੰਦੇ ਦਾ। ਇਹਦੇ 'ਚ ਗਾਇਕ ਨੇ, ਇਹਦੇ 'ਚ ਸਕਾਲਰ ਨੇ, ਇਹਦੇ 'ਚ ਅਦਾਕਾਰ ਨੇ, ਇਹਦੇ 'ਚ ਕਲਾਕਾਰ ਨੇ, ਇਹਦੇ 'ਚ ਧਾਰਮਿਕ ਜਥੇਬੰਦੀਆਂ ਨੇ, ਇਹਦੇ 'ਚ ਸਮਾਜ ਸੇਵਕ ਜਥੇਬੰਦੀਆਂ ਨੇ। ਇਹ ਕੌਮ ਦੇ ਸੰਗਠਿਤ ਜਿਹੜਾ ਵਰਤਾਰਾ ਹੈ ਉਹਦਾ ਪ੍ਰਗਟਾਇਆ, ਇਹ ਕਿਸੇ ਇੱਕ ਵਿਅਕਤੀ ਦੀ ਭੂਮਿਕਾ ਹੈ। ਸੋ ਜਿਵੇਂ ਕਿ ਮਤਲਬ ਡਾਕਟਰ ਸਾਹਿਬ, ਦੁਨੀਆ ਦੇ ਵੀ ਹੁਣ ਤੱਕ ਤੁਹਾਡੀ ਉਮਰ ਦਾ ਬਹੁਤ ਤਜਰਬਾ ਹੈ, 83 ਦੇ ਵਿੱਚ ਤੁਸੀਂ ਸੰਘਰਸ਼ ਦੱਸਿਆ ਵੀ ਏਡਾ ਵੱਡਾ ਵੀ ਹੁਣ ਤੱਕ ਲਾਈਫ ਦੇ ਵਿੱਚ ਤੁਸੀਂ ਅਨੇਕਾਂ ਮੌਕਾ ਪੜੀਆਂ, ਇਹੋ ਜਿਹਾ ਸੰਘਰਸ਼ ਤੱਕ ਦੇ ਦੇਖਿਆ ਤੁਸੀਂ ਪਹਿਲਾਂ ਕਿਸੇ ਦੇਸ਼ ਦੇ ਵਿੱਚ? ਨਹੀਂ, ਦੇਸ਼ਾਂ ਦੇ ਵਿੱਚ ਤਾਂ ਖੈਰ ਇਵੇਂ ਦੇ ਬਹੁਤ ਹੋਏ ਨੇ। ਤੁਸੀਂ ਅਫਰੀਕਨ ਦੇਸ਼ਾਂ ਦੇ ਵਿੱਚ ਲਾ ਲਓ ਜਾਂ ਫ੍ਰੈਂਚ ਰੈਵੋਲੂਸ਼ਨ ਦੀ ਗੱਲ ਕਰ ਲਓ, ਇਵੇਂ ਦੇ ਸੰਗਠਿਤ ਲੋਕਾਂ ਦੇ ਸੰਘਰਸ਼ ਬਹੁਤ ਹੋਏ ਨੇ।
ਪਰ ਇਹ ਪਹਿਲੀ ਵਾਰੀ ਇਵੇਂ ਦਾ ਸੰਘਰਸ਼ ਇਸ ਸਦੀ ਦੇ ਵਿੱਚ ਕਹਿ ਸਕਦੇ ਹੋ, ਇਸ ਕਰਕੇ ਕਿ ਇਹਦੇ ਵਿੱਚ ਜਿਹੜੀ ਖਿੱਤੇ ਦੀ, ਕੌਮੀਅਤ ਦੀ, ਜਾਤ ਦੀ ਔਰ ਕਿੱਤੇ ਦੀ ਜਿਹੜੀ ਹੈ ਉਹ ਵੰਡ ਖਤਮ ਹੋ ਕੇ ਲੋਕਾਂ ਦਾ ਸਾਂਝਾ ਸੰਘਰਸ਼ ਜਿਹੜਾ ਉਹ ਜਿੱਤੇ ਵਹਿ ਗਿਆ ਹੈ। ਜੇਕਰ ਇਹੀ ਗੱਲ ਖੁਦ ਮੁਖਤਿਆਰੀ ਦੇ ਨਾਮ ਹੇਠ ਹੁੰਦੀ ਤਾਂ ਇਹਦੀ ਅਗਵਾਈ ਜਿਹੜੀ ਆ ਉਹ ਜਾਗਰੂਕ ਸਿੱਖ ਜਥੇਬੰਦੀਆਂ ਕਰ ਰਹੀਆਂ ਹੁੰਦੀਆਂ ਤਾਂ ਗੈਰ ਸਿੱਖ ਲੋਕਾਂ ਦੀ ਸ਼ਮੂਲੀਅਤ ਨਹੀਂ ਸੀ ਹੋਣੀ। ਦੂਜੀ ਗੱਲ ਹੈ, ਸਰਕਾਰ ਨੇ ਝੱਟ ਹੀ ਪਾਕਿਸਤਾਨ ਦੀਆਂ ਏਜੰਸੀਆਂ ਦੇ ਏਜੰਟ ਜਾਂ ਖਾਲਿਸਤਾਨੀ ਕਹਿ ਕੇ ਇਸ ਸੰਘਰਸ਼ ਨੂੰ ਕਰ ਦਿੱਤਾ ਸੀ। ਸੋ ਇਸ ਵੇਲੇ ਇਸ ਸੰਘਰਸ਼ ਦੀ ਖੂਬਸੂਰਤੀ ਇਹ ਹੈ ਕਿ ਹਰ ਵਰਗ ਦਾ, ਹਰ ਜਾਤ ਦਾ, ਹਰ ਖਿੱਤੇ ਦੇ ਵਿੱਚ ਰਹਿ ਰਿਹਾ ਜਿਹੜਾ ਵਿਅਕਤੀ ਹੈ ਉਹ ਇਸ ਸੰਘਰਸ਼ ਦਾ ਹਿੱਸਾ ਹੈ। ਸੋ ਉਹ ਜਿਹੜਾ ਇਹਦਾ ਇੱਕ ਵੱਡਾ ਰੂਪ ਹੈ ਉਹ ਇਸ ਕਰਕੇ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਸ਼ਮੂਲੀਅਤ ਹੈ। ਸੋ ਜਿੱਥੇ ਡਾਕਟਰ ਸਾਹਿਬ ਦੇਖਿਆ ਜਾਵੇ ਪਿੱਛੇ ਇੱਕ ਇੰਟਰਵਿਊ ਕਰਕੇ ਆਇਆ, ਉਹ ਮਤਲਬ ਭਾਈ ਸਾਹਿਬ ਕਿਸਾਨ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਆ ਔਰ ਕਿਸਾਨ ਨੇ ਉਹ ਕਹਿੰਦੇ ਵੀ ਸਾਡੇ ਕੋਲ ਆਪਣੀਆਂ ਕੰਬਾਈਨਾਂ ਨੇ, ਅਸੀਂ ਉੱਤਰਾਖੰਡ ਛੱਤੀਸਗੜ੍ਹ ਵਾਲੀ ਸਾਈਡ ਜਾਂਦੇ ਹਾਂ, ਉੱਥੇ ਦੇ ਕਿਸਾਨਾਂ ਨੂੰ RSS ਵੱਲੋਂ ਜਾਂ ਇਹ ਗੁੰਮਰਾਹ ਕਰਾਇਆ ਜਾਂਦਾ ਵੀ ਇੱਥੇ ਖਾਲਿਸਤਾਨੀ ਵਸੇ ਹੋਏ ਨੇ। ਸਾਡੇ ਝੰਡੇ ਨੂੰ ਸਲੋਗਨ ਬਣਾ ਕੇ ਇਹ ਸ਼ੋਅ ਕਰ ਰਿਹਾ, ਖੰਡੇ ਵਾਲੇ ਕੇਸਰੀ ਝੰਡੇ ਨੂੰ ਇਹ ਬਣਾ ਕੇ ਸਲੋਗਨ ਸ਼ੋਅ ਕਰਿਆ ਜਾ ਰਿਹਾ ਵੀ ਇਹ ਸਿੱਖ ਆਪਣੇ ਖਾਲਿਸਤਾਨ ਕਰਕੇ ਬੈਠੇ ਹੋ। ਕਿਵੇਂ ਦੇਖੋ? ਦੇਖੋ ਇਹ ਹਮੇਸ਼ਾ ਹੀ ਅਸੀਂ ਕਹਿੰਦੇ ਨਾ ਕਿ ਇਹ ਉਹੀ ਨੀਤੀ ਹੁੰਦੀ ਹੈ ਔਰ ਸੰਘ ਸ਼ੁਰੂ ਤੋਂ ਇਸ ਨੀਤੀ ਦੇ ਉੱਪਰ ਚੱਲਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸੰਘ ਇਸ ਤਰ੍ਹਾਂ ਇਸ ਨੀਤੀ ਦੇ ਉੱਪਰ ਚੱਲਦਾ ਹੈ ਕਿ ਜਦੋਂ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਲੋਕਾਂ 'ਚ ਭੁੱਖਮਰੀ ਫੈਲਦੀ ਆ, ਭੁਚਾਲ ਆਉਂਦੇ ਨੇ, ਹੜ੍ਹ ਆਉਂਦੇ ਨੇ ਤੇ ਜਿੱਥੇ ਸਿੱਖਾਂ ਦੀ ਲੋੜ ਹੁੰਦੀ ਆ ਉੱਥੇ ਇਹੀ ਕੇਸਰੀ ਝੰਡਾ ਜਿਹੜਾ ਉਹ ਰੱਖਿਆ ਦਾ ਪ੍ਰਤੀਕ ਲੱਗਦਾ ਹੈ। ਜਦੋਂ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਸਿੱਖਾਂ ਦੀ ਲੋੜ ਹੁੰਦੀ ਹੈ, ਜਦੋਂ ਚੀਨ ਦੇ ਬਾਰਡਰ ਦੇ ਉੱਪਰ ਜੰਗ ਦੀ ਲੋੜ ਹੁੰਦੀ ਹੈ, ਉਦੋਂ ਇਹੀ ਜਿਹੜਾ ਸਿੱਖਾਂ ਦਾ ਨਿਸ਼ਾਨ ਸਾਹਿਬ ਹੈ ਇਹਨਾਂ ਨੂੰ ਰੱਖਿਆ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਪਰ ਜਦੋਂ ਉਸੇ ਹੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਸਿੱਖ ਆਪਣੀ ਕਿਰਤ ਜਾਂ ਕ੍ਰਾਂਤੀ ਦੀ ਗੱਲ ਕਰਦੇ ਨੇ, ਉਦੋਂ ਇਹ ਝੰਡਾ ਇਹਨਾਂ ਨੂੰ ਖਾਲਿਸਤਾਨ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਸੋ ਇਹਦੇ 'ਚ ਸਾਡਾ ਕਸੂਰ ਨਹੀਂ, ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਜੇ ਤਾਂ ਉਹਨਾਂ ਨੂੰ ਇਸ ਸਾਡੇ ਕੇਸੀ ਨਿਸ਼ਾਨ ਸਾਹਿਬ ਦੇ ਵਿੱਚੋਂ ਖਾਲਿਸਤਾਨੀ ਵਿਚਾਰਧਾਰਾ ਨਜ਼ਰ ਆਉਂਦੀ ਹੈ ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਨੇ ਕਿ ਉਹ ਸਾਡੀ ਵਿਚਾਰਧਾਰਾ ਦੇ ਉੱਪਰ ਕਾਬਜ਼ ਹੋਣਾ ਚਾਹੁੰਦੇ ਨੇ। ਦੂਜੀ ਗੱਲ, ਜੇ ਸਾਡੇ ਕੇਸਰੀ ਝੰਡੇ ਦੇ ਵਿੱਚ ਉਸ ਸਮੇਂ ਜਦੋਂ ਸਾਡਾ ਖਾਲਸਾ ਝੰਡਾ ਲਹਿਰਾਇਆ ਜਾਂਦਾ, ਜਦੋਂ ਇਹ ਮੁਸ਼ਕਲ ਦੇ ਵਿੱਚ ਹੁੰਦੇ ਨੇ ਤੇ ਫਿਰ ਇਹਨਾਂ ਨੂੰ ਇਹ ਮਹਿਸੂਸ ਕਰਨਾ ਪਵੇਗਾ ਕਿ ਤੁਸੀਂ ਖਾਲਸਾ ਨਿਸ਼ਾਨ ਸਾਹਿਬ ਤੋਂ ਬਿਨਾਂ ਹੋਰ ਕਿਤੇ ਸ਼ਰਮ ਨਹੀਂ ਕਰ ਸਕਦੇ। ਸੋ ਬਹੁਤ ਵਡਮੁੱਲੇ ਸ਼ਬਦਾਂ ਦੇ ਨਾਲ ਜਿਹੜੇ ਸਿੰਘ ਸਾਹਿਬ ਇਤਿਹਾਸ ਬਹੁਤ ਟਾਈਮ ਇਤਿਹਾਸ ਦੇ ਨਾਲ ਟੱਚ, ਦਿੱਲੀ ਦੇ ਇਤਿਹਾਸ ਬਾਰੇ ਸਾਡੇ ਸੰਘਰਸ਼ੀ ਲੋਕਾਂ ਨੂੰ ਬਹੁਤ ਮਿਸਅੰਡਰਸਟੈਂਡਿੰਗ ਹੈ। ਕੋਈ ਦਿੱਲੀ 17 ਵਾਰੀ ਜਿੱਤੀ ਕਹਿੰਦਾ, ਕੋਈ 18 ਵਾਰੀ ਜਿੱਤੀ ਕਹਿੰਦਾ, ਕੋਈ ਮਤਲਬ ਇਹ ਅੱਜ ਪੂਰਾ ਡਿਸਕਲੋਜ਼ ਕਰ ਦੋ ਵੀ ਪੂਰੀ ਦਿੱਲੀ ਦੀ ਜਿਹੜੀ ਸਲਤਨਤ ਹੈ ਬਾਬਾ ਬਘੇਲ ਸਿੰਘ ਹੋਣ ਵਾਲੇ ਇਤਿਹਾਸ ਜਿਹੜਾ ਚੰਦ ਸ਼ਬਦਾਂ ਦੇ ਵਿੱਚ ਦਿੱਤਾ। ਦੇਖੋ ਪਹਿਲੀ ਗੱਲ ਹੈ ਕਿ ਬੇਸ਼ੱਕ ਮੁਗਲ ਕਾਲ ਤੋਂ ਜਿਹੜਾ ਸਾਡਾ ਉੱਤਰੀ ਇਲਾਕਾ ਜਿਹਨੂੰ ਤੁਸੀਂ ਕਾਬਲ ਤੱਕ ਵੀ ਕਹਿ ਸਕਦੇ ਹੋ, ਜਲਾਲਾਬਾਦ ਤੱਕ ਲਾ ਲਓ, ਸੁਲਤਾਨਪੁਰ ਤੱਕ ਲਾ ਲਓ, ਪਾਕਿਸਤਾਨ ਜਿਹੜਾ ਅਫਗਾਨਿਸਤਾਨ ਚ ਸੁਲਤਾਨਪੁਰ ਹੈ, ਹਿੰਦੁਸਤਾਨ ਵਾਲੇ ਲੋਧੀ ਸੁਲਤਾਨਪੁਰ ਲੋਧੀ ਦੀ ਗੱਲ ਕਰਦੇ ਆ। ਇਹ ਜਿੰਨਾ ਵੀ ਸਾਡਾ ਭੂਗੋਲਿਕ ਏਰੀਆ ਇਹ ਕਦੀ ਵੀ ਇਸ ਖਿੱਤੇ ਦੇ ਅਧੀਨ ਨਹੀਂ ਰਿਹਾ, ਸ਼ਾਸਕਾਂ ਦੇ ਅਧੀਨ ਗੱਲ ਚੱਲਦੀ ਰਹੀ ਹੈ। ਜਿਹੜੀ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਆ, ਪਹਿਲੀ ਗੱਲ ਤੇ ਇਸ ਸਟੇਜ ਦੇ ਉੱਪਰੋਂ ਜਿਹੜੀ ਬਲਕੌਰ ਸਿੰਘ ਨੇ ਗੱਲ ਕੀਤੀ ਹੈ ਉਹ ਬਹੁਤ ਘਟੀਆ ਪੱਧਰ ਦੀ ਗੈਰ ਇਤਿਹਾਸਕ ਤੱਥਾਂ ਦੇ ਉੱਪਰ ਆਧਾਰਿਤ ਸੀ। ਜਿਹੜੀ ਉਹਨੇ ਗੱਲ ਕੀਤੀ ਕਿ ਬਘੇਲ ਸਿੰਘ ਇੱਥੋਂ ਕੁਰਸੀ ਪੁੱਟ ਕੇ ਲੈ ਗਿਆ, ਨਹੀਂ ਉਹ ਗੱਲਾਂ ਬਿਲਕੁਲ ਗਲਤ ਹੈ। ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹਨੂੰ ਪੀਕਅਪ ਥਰੋਨ ਕਿਹਾ ਜਾਂਦਾ ਹੈ, ਜਿਸ ਨੂੰ ਤਖਤੇ ਤਾਊਸ ਕਿਹਾ ਜਾਂਦਾ ਹੈ, ਉਹਦਾ ਜਿਹੜਾ ਉੱਪਰਲਾ ਕੀਮਤੀ ਸਮਾਨ ਸੀ ਉਹ ਤਾਂ ਤਕਰੀਬਨ 1739 ਦੇ ਵਿੱਚ ਨਾਦਰ ਸ਼ਾਹੀ ਲੈ ਗਿਆ ਸੀ। ਹੁਣ ਚੱਕਰ ਇਹ ਹੈ ਕਿ ਅਸੀਂ ਜੇ ਦਿੱਲੀ ਨੂੰ ਫਤਿਹ ਕੀਤਾ ਤੇ ਲੁੱਟਮਾਰ ਦੀ ਨੀਅਤ ਨਾਲ ਇਹ ਦੇਖੋ ਇਤਿਹਾਸ ਦੇ ਵਿੱਚ ਸਾਡੇ ਕੋਲ ਕੁਝ ਸਰੋਤ 17 ਵਾਰ ਕਹਿੰਦੇ ਨੇ, ਕੁਝ 18 ਵਾਰ ਕਹਿੰਦੇ ਨੇ। ਮੈਂ ਕਹਿੰਦਾ ਅਸੀਂ 17 ਵਾਰ ਵੀ ਮੰਨ ਕੇ ਚੱਲੀਏ। 17 ਵਾਰ ਦਿੱਲੀ ਫਤਿਹ ਕਰਨ ਤੋਂ ਬਾਅਦ ਇੱਕ ਵੀ ਤੁਹਾਨੂੰ ਐਸਾ ਇਤਿਹਾਸ 'ਚ ਵਰਤਾਰਾ ਨਜ਼ਰ ਆਉਂਦਾ ਹੈ ਕਿ ਸਿੱਖਾਂ ਨੇ ਦਿੱਲੀ ਫਤਿਹ ਕਰਕੇ ਇਹਨਾਂ ਨੇ ਕਤਲੇਆਮ ਕੀਤਾ? ਤੁਹਾਨੂੰ ਨਾਦਰਸ਼ਾਹੀ ਕਤਲੇਆਮ ਦੀ ਗੱਲ ਆਵੇਗੀ। ਬੰਦਾ ਸਿੰਘ ਬਹਾਦਰ ਦੇ ਵੇਲੇ ਤੁਹਾਨੂੰ ਮਾਰਚ ਤੋਂ ਲੈ ਕੇ ਜੂਨ 1716 ਤੱਕ ਸਿੱਖਾਂ ਦੇ ਕਤਲੇਆਮ ਦੀ ਗੱਲ ਆਵੇਗੀ। ਤੁਹਾਨੂੰ 1984 ਵਿੱਚ ਸਿੱਖਾਂ ਦੇ ਕਤਲੇਆਮ ਦੀ ਗੱਲ ਇਤਿਹਾਸ 'ਚ ਲੱਭੇਗੀ। ਪਰ ਮੈਂ ਕਹਿੰਦਾ ਵੀ ਤੁਸੀਂ 17 ਵਾਰ ਲਾ ਲਓ ਜਾਂ 18 ਵਾਰ ਲਾ ਲਓ, ਤੁਸੀਂ ਇੱਕ ਵੀ ਮਿਸਾਲ ਦੇ ਦਿਓ ਕਿ ਸਿੱਖਾਂ ਨੇ ਆਪ ਜਨਤਕ ਤੌਰ ਤੇ ਲੋਕਾਂ ਦਾ ਕਤਲੇਆਮ ਕੀਤਾ ਫਤਿਹ ਕਰਨ ਤੋਂ ਬਾਅਦ। ਪਹਿਲੀ ਗੱਲ ਤੇ ਦੂਜੀ ਗੱਲ, ਜਿਹੜਾ ਤਖਤ ਹੈ ਉਹਦਾ ਇੱਕ ਉਸ ਸਮੇਂ ਲਾਲ ਕਿਲੇ ਦੇ ਵਿੱਚ ਇੱਕ ਬੇਸ ਹੋਇਆ ਕਰਦਾ ਸੀ, ਬਹੁਤ ਕੀਮਤੀ ਪੱਥਰ ਦਾ ਬਣਿਆ ਹੋਇਆ, ਜਿਹੜਾ ਅੱਜ ਦਰਬਾਰ ਸਾਹਿਬ ਗੁੰਗੇ ਦੇ ਜ਼ਮੀਨ ਦੇ ਉੱਪਰ ਪਿਆ। ਉਹਦਾ ਇੱਕ ਕਾਰਨ ਹੈ,
ਉਹਦਾ ਕਾਰਨ ਇਹ ਕਿ ਅਸੀਂ ਉਸ ਤਖਤ ਦੇ ਬੇਸ ਨੂੰ ਜਾਂ ਉਹਦੇ ਆਧਾਰ ਨੂੰ ਲੁੱਟਮਾਰ ਦੀ ਨੀਅਤ ਨਾਲ ਨਹੀਂ ਲੈ ਕੇ ਗਏ। ਲੁੱਟਮਾਰ ਕਰਨ ਵਾਲਾ ਜਿਹੜਾ ਉੱਪਰਲਾ ਜਿੰਨਾ ਵੀ ਕੀਮਤੀ ਸਮਾਨ ਸੀ ਉਹ ਤਾਂ ਨਾਦਰ ਸ਼ਾਹ ਲੈ ਕੇ ਚਲਾ ਗਿਆ। ਓਕੇ। ਅਹਿਮਦ ਸ਼ਾਹ ਅਬਦਾਲੀ ਦੀ ਆਮਦ ਤੋਂ ਪਹਿਲਾਂ, ਆਪਣੀ ਮੌਤ ਦੇ 1-2 ਸਾਲ ਪਹਿਲਾਂ ਨਾਦਰ ਸ਼ਾਹ ਜਦੋਂ ਇੱਥੇ ਹਮਲਾ ਕਰਦਾ ਹੈ, ਜਦੋਂ ਦਿੱਲੀ ਦਾ ਆਪਣਾ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਸੀ, ਤੇ ਨਾਦਰ ਸ਼ਾਹ ਔਰ ਉਹਦਾ ਬੇਟਾ ਨਾਸਰ ਸ਼ਾਹ ਤੇ ਉਹਦੇ ਨਾਲ ਅਹਿਮਦ ਖਾਨ ਜਿਹੜਾ ਬਾਅਦ ਚ ਅਹਿਮਦ ਸ਼ਾਹ ਅਬਦਾਲੀ ਬਣਦਾ, ਉਹ ਤਾਂ ਸਾਰਾ ਇਹ ਲੁੱਟ ਕੇ ਲੈ ਗਏ। ਜਿਹੜਾ ਪੱਥਰ ਸੀ ਅਸੀਂ ਉਹ ਕੋਲ ਲਿਜਾ। ਸਵਾਲ ਤੇ ਹੈ ਇਹਦਾ ਬਲਕੌਰੇ ਵਰਗੇ, ਮਾਫ ਕਰਨਾ ਬਜ਼ੁਰਗਾਂ ਮੈਂ ਸ਼ਬਦ ਨਹੀਂ ਵਰਤੂੰਗਾ, ਸ਼ਾਇਦ ਇਤਿਹਾਸ ਨਹੀਂ ਪੜਿਆ ਇਹਨਾਂ ਨੇ। ਇਹਨਾਂ ਨੇ ਇਹ ਨਹੀਂ ਪੜਿਆ ਕਿ ਉਹ ਜਿਹੜੀ ਸਿੱਲ ਹੈ ਉਹਨੂੰ ਲੈ ਕੇ ਜਾਣ ਦਾ ਮੰਤਵ ਸੰਕੇਤਕ ਸੀ ਕਿ ਇਸ ਸਿੱਲ ਦੇ ਉੱਪਰ ਬੈਠੇ ਬਾਦਸ਼ਾਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਦੇ ਫਤਵੇ ਜਾਰੀ ਕੀਤੇ ਨੇ। ਅਸੀਂ ਉਸ ਨੀਂਹ ਨੂੰ ਉਖਾੜਨਾ ਹੈ। ਨਿਸ਼ਾਨਾ ਲੁੱਟਮਾਰ ਦੀ। ਸੋ ਇਹ ਸਿੰਬਲ ਸੀ, ਇਹ ਸਿੰਬਲ ਸੀ ਇੱਕ ਹੋਰ। ਉਸ ਸਿੱਲ ਦੇ ਨਾਲ, ਪੱਥਰ ਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਇਆ, ਪਰ ਅਸੀਂ ਦਿੱਲੀ ਨੂੰ ਜਿਸ ਤਰ੍ਹਾਂ ਬਾਕੀ ਲੋਕਾਂ ਨੇ ਲੁੱਟਿਆ ਸੀ ਲੁੱਟਿਆ ਨਹੀਂ। ਸੋ ਇਹ ਇਹਨਾਂ ਲੋਕਾਂ ਦੀ ਸਮਝ ਚ ਆਉਣਾ ਚਾਹੀਦਾ। ਉਹ ਸੰਕੇਤ ਸੀ ਕਿ ਜਿੱਥੇ ਬਹਿ ਕੇ ਤੁਸੀਂ ਜ਼ਾਲਮ ਨੇ ਜ਼ੁਲਮ ਕਰਨ ਦੇ ਹੁਕਮ ਜਾਰੀ ਕੀਤੇ ਨੇ, ਅਸੀਂ ਉਸ ਦੀ ਨਹੀਂ ਪੁੱਛੀ। ਇਹ ਸਾਡਾ ਇੱਕ ਸੰਕੇਤ ਸੀ ਜਿਹੜੀ ਇਹਨਾਂ ਲੋਕਾਂ ਦੀ ਵਸਤੀ ਕਰਦੀ ਸੀ। ਸੋ ਦੇਖੋ, ਜਿਵੇਂ ਡਿਸਕਲੋਜ਼ ਹੋਇਆ ਵੀ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਵੀ ਜਿਹੜੀ ਸੰਕੇਤਨਿਤ ਤੇ ਆਮ ਮੈਂਟੈਲਿਟੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀ ਡਿਸਟਰਬੈਂਸ ਕ੍ਰੀਏਟ ਕਰਦੀ ਸੀਗੀ, ਉਹ ਅੱਜ ਸਾਰੀ ਜਿਹੜੀ ਇਤਿਹਾਸਿਕ ਪੱਖਾਂ ਦੇ ਰਾਹੀਂ ਜਿਹੜੀ ਡਿਸਕਲੋਜ਼ ਹੋ ਗਈ ਹੈ, ਉਹ ਕਲੀਅਰ ਹੋ ਗਈ ਹੈ ਗੱਲ ਵੀ ਕਿਸ ਤਰ੍ਹਾਂ ਕੀ ਇਤਿਹਾਸ ਆ ਔਰ ਸਹੀ ਇਤਿਹਾਸ ਜਿਹੜੇ ਉਹ ਤੁਹਾਡੇ ਸਾਹਮਣੇ ਆਏ ਹੈ। ਸੋ ਹੋਰ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਕਿਸਾਨੀ ਸੰਘਰਸ਼ ਦੇ ਵਿੱਚ ਜੁੜੇ ਹੋ ਔਰ ਕਿਸਾਨੀ ਸੰਘਰਸ਼ ਪੂਰਾ ਜੋਰ ਤੇ ਹੈ, ਬਹੁਤ ਮੰਗ ਹੈ ਪਿੱਛੇ ਕਿਸਾਨਾਂ ਦੀ ਜੋਸ਼ ਔਰ ਖਰੋਸ਼ ਦੇ ਨਾਲ ਪੂਰਾ ਜਿਹੜੇ ਬਜ਼ੁਰਗ ਵੀ ਬੈਠੇ ਹੈ ਪੂਰੇ ਹੁਣ ਬਜ਼ੁਰਗਾਂ ਔਰ ਜਵਾਨਾਂ ਦੇ ਵਿੱਚ ਕਾਫੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਵੀ ਪਲੈਨਿੰਗ ਕਿਉਂ ਨਹੀਂ ਮਿਲ ਰਹੀ, ਕੋਈ ਅਗਲਾ ਪ੍ਰੋਗਰਾਮ ਕਿਉਂ ਨਹੀਂ ਦੇ ਰਹੇ, ਜਥੇਬੰਦੀਆਂ ਕੋਈ ਡਿਸਟੈਂਸ ਕਿਉਂ ਕ੍ਰੀਏਟ ਹੋ ਰਿਹਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜੀ ਮੇਰੇ ਖਿਆਲ ਨਾਲ ਮੈਨੂੰ ਚੈਨਲ ਤੇ ਨਹੀਂ ਸੀ ਕਰਨੀ ਚਾਹੀਦੀ, ਪਰ ਮੈਂ ਤੁਹਾਡੇ ਨਾਲ ਕਰ ਦਿੰਦਾ। 3-4 ਦਿਨਾਂ ਦੀ ਗੱਲ ਹੈ, ਮੈਂ ਇੱਕ ਕਿਸਾਨ ਆਗੂ ਦੀ ਕੋਲ ਬੈਠਾ ਤੇ ਉਹਨੇ ਮੈਨੂੰ ਗੱਲ ਪਤਾ ਕੀ ਕਹੀ, ਮੈਂ ਕਿਹਾ ਤੁਸੀਂ ਕੋਈ ਪ੍ਰੋਗਰਾਮ ਨਹੀਂ ਦੇ ਰਹੇ। ਉਹਦਾ ਜਵਾਬ ਪਤਾ ਕੀ ਸੀ? ਕਹਿੰਦਾ ਜੀ ਜਿਹੜੀਆਂ 78 ਤੋਂ ਲੈ ਕੇ 92 ਤੱਕ ਗਲਤੀਆਂ ਹੋਈਆਂ ਨਾ ਸਿੱਖ ਮੂਵਮੈਂਟ 'ਚ, ਅਸੀਂ ਉਹ ਨਹੀਂ ਦੁਹਰਾਉਣਾ ਚਾਹੁੰਦੇ। ਦਰਅਸਲ ਗੱਲ ਪਤਾ ਕੀ ਸੀ? ਗੱਲ ਇਹ ਹੈ ਕਿ ਜਦੋਂ ਨੌਜਵਾਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਲੈ ਆਈਦਾ ਨਾ, ਜਦੋਂ ਵਾਰ ਜ਼ੋਨ ਦੇ ਵਿੱਚ ਬੈਠੇ ਹੁੰਦਾ, ਉਦੋਂ ਹਰ ਵਿਅਕਤੀ ਦੇ ਕੋਲ ਉਹ ਪਾਇਆ ਨਹੀਂ ਹੁੰਦੀ ਕਿ ਸੰਤ ਜਰਨੈਲ ਸਿੰਘ ਵਰਗੀ ਅਗਵਾਈ ਕਰ ਸਕੇ। ਅਹਿਮ ਗੱਲ ਇਹ ਹੁੰਦੀ। ਹੁਣ ਜਿਹੜੇ ਨੌਜਵਾਨ ਆਏ ਨੇ ਉਹ ਅਗਲਾ ਪ੍ਰੋਗਰਾਮ ਮੰਗਦੇ ਨੇ, ਕਿਉਂਕਿ ਜਦੋਂ ਤੁਸੀਂ ਇਹ ਨਾਅਰਾ ਦਿੱਤਾ ਸੀ ਕਿ ਦਿੱਲੀ ਚੱਲੋ, ਤਾਂ ਉਸ ਵੇਲੇ ਨੌਜਵਾਨਾਂ ਨੂੰ ਇਹ ਨਹੀਂ ਸੀ ਕਿਹਾ ਕਿ ਤੁਸੀਂ ਦਿੱਲੀ ਬਾਰਡਰ ਤੇ ਜਾ ਕੇ ਉਹਨਾਂ ਦੇ ਲੰਗਰ ਲਾ ਕੇ ਬਿਠਾ ਦਿਓ। ਨੌਜਵਾਨ ਉਹਨਾਂ ਜਜ਼ਬਾਤਾਂ ਦੇ ਵਿੱਚ ਆਏ ਨੇ। ਹੁਣ ਨੌਜਵਾਨ ਇੱਕ ਸਵਾਲ ਕਰਦੇ ਨੇ, ਕੰਮ ਨੂੰ ਦੇਣ ਟਰਾਲੀਆਂ 'ਚ ਗਿਆ, ਕਹਿੰਦਾ ਜੀ ਸਾਨੂੰ ਕੋਈ ਚੈਨਲ ਜਿਹੜਾ ਇਹ ਤਾਂ ਪੁੱਛ ਕੇ ਦੱਸ ਦੇਵੇ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਨੌਜਵਾਨ ਲੀਡਰ ਨੇ ਉਹਨਾਂ ਦੇ ਮਾਂ ਪਿਓ ਆਏ ਨੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਬੱਚੇ ਆਏ ਨੇ। ਇਹ ਅਹਿਮ ਗੱਲ ਹੈ। ਸੋ ਇਸ ਕਰਕੇ ਇਹੀ ਕਾਰਨ ਹੈ ਕਿ ਜਥੇਬੰਦੀਆਂ ਜਿਹੜੀਆਂ ਨੇ ਉਹ ਅਗਲੇਰਾ ਪ੍ਰੋਗਰਾਮ ਉਸ ਪੱਧਰ ਦੇਣ ਦੇ ਵਿੱਚ ਅਸਫਲ ਰਹੀਆਂ ਨੇ। ਉਸ ਅਸਫਲਤਾ ਦੇ ਵਿੱਚੋਂ ਹੀ ਜਿਹੜੇ ਇਹਨਾਂ ਦੇ ਲੀਡਰ ਨੇ ਨਾਮ ਲੈ ਕੇ ਕਦੀ ਦੀਪ ਸਿੱਧੂ ਨੂੰ, ਕਦੀ ਮੈਨੂੰ, ਕਦੀ ਲੱਖੇ ਸਰਾਣੇ ਨੂੰ ਨਿਸ਼ਾਨਾ ਬਣਾਉਂਦੇ ਨੇ। ਪਤਾ ਕਾਹਦੇ ਕਰਕੇ? ਵਿਅਕਤੀਗਤ ਨਿਸ਼ਾਨੇ ਇਸ ਕਰਕੇ ਬਣਾਏ ਜਾਂਦੇ ਨੇ ਕਿ ਅਸੀਂ ਉਤੇਜਨਾ ਚ ਆ ਕੇ, ਅਸੀਂ ਭੜਕਾਵਟ ਚ ਆ ਕੇ ਇਹਨਾਂ ਦੇ ਖਿਲਾਫ ਬੋਲੀਏ ਤੇ ਕਹਿਣ ਦਾ ਮੌਕਾ ਮਿਲ ਜਾਵੇ ਜੀ ਅਸੀਂ ਤਾਂ ਸੰਘਰਸ਼ ਸ਼ਾਂਤਮਈ ਚਲਾ ਰਹੇ ਸੀ, ਜਿੱਤ ਵੀ ਜਾਣਾ ਸੀ, ਇਹਨਾਂ ਲੋਕਾਂ ਨੇ ਦਫੇੜ ਪਾ ਦਿੱਤੀ। ਪਰ ਅਸੀਂ ਬੋਲਣਾ ਨਹੀਂ। ਅਸੀਂ ਤਾਂ ਨਹੀਂ ਕਹਾਂਗੇ ਜੀ ਅਗਵਾਈ ਤੁਸੀਂ ਕਰੋਗੇ, ਪਿੱਛੇ ਅਸੀਂ ਪਿੱਛੋਂ ਨਹੀਂ ਭੱਜਾਂਗੇ, ਪਰ ਸਰਕਾਰ ਦੇ ਨਾਲ ਲੜੋਗੇ ਤੁਸੀਂ, ਅਸੀਂ ਤੁਹਾਡੇ ਨਾਲ ਖੜੇ, ਅਸੀਂ ਨੂੰ ਭੱਜਣ ਦਾ ਮੌਕਾ ਨਹੀਂ। ਸੋ ਦੇਖੋ, ਹਰ ਇੱਕ ਜਿਹੜਾ ਪੱਖ ਹੈ ਵੀ ਸਰਕਾਰ ਦੇ ਨਾਲ ਜ਼ਰੂਰ ਖੜਨਗੇ, ਪਰ ਸਟੇਜ ਤੋਂ ਜਿਹੜੀਆਂ ਮਨਾਹੀਆਂ ਨੇ ਔਰ ਜਿੱਥੇ ਕਿ ਮਤਲਬ ਇੱਕ ਸਮਾਜਿਕ ਦਬਕੇ ਦੀ ਜੇ ਗੱਲ ਕਰੀਏ, ਉਦੋਂ ਕੇ ਸਾਹਿਬ ਤੁਹਾਡੀ ਆਪਣੀ ਨਿੱਜੀ ਕੀ ਰਾਏ ਹੈ ਵੀ ਨਿੱਜੀ ਕੀ ਪਲੈਨਿੰਗ ਹੋਣੀ ਚਾਹੀਦੀ ਹੈ ਵੀ ਜੋ ਤੁਸੀਂ ਸੋਚ ਰੱਖਦੇ ਹੋ ਵੀ ਇਸ ਸੰਘਰਸ਼? ਵੇਖੋ, ਪਹਿਲੀ ਗੱਲ ਤਾਂ ਬੜੀ ਅਹਿਮ ਜਿਹੜੀ ਹੈ ਕਿ ਜਿੰਨਾ ਚਿਰ ਤੱਕ ਕਿਸੇ ਵੀ ਸੰਘਰਸ਼ ਦੀ ਆਗੂ ਪ੍ਰਣਾਲੀ ਜਿਹੜੀ ਹੈ, ਮੈਂ ਤੁਹਾਨੂੰ ਇੱਕ ਆਪਣੀ ਧਰਮਜੋਤ ਮੋਰਚੇ ਦੀ ਉਦਾਹਰਨ ਦਿੰਦਾ। ਸਾਰਿਆਂ ਨੂੰ ਪਤਾ ਸੀ ਕਿ ਨੌਜਵਾਨ ਜਿਹੜਾ ਹਰਚਰਨ ਸਿੰਘ ਲੋਂਗੋਵਾਲ ਨੂੰ ਸੁਣਨਾ ਪਸੰਦ ਨਹੀਂ ਕਰਦੇ, ਉਹ ਸੰਤ ਜਰਨੈਲ ਸਿੰਘ ਨੂੰ ਸੁਣਨਾ ਚਾਹੁੰਦਾ। ਪਰ ਤੁਸੀਂ ਸੰਤ ਜਰਨੈਲ ਸਿੰਘ ਦੇ ਜਿੰਨੇ ਵੀ ਵਿਖਿਆਨ ਨੇ ਮੰਜੀ ਸਾਹਿਬ ਦੀ ਸਟੇਜ ਦੇ ਉੱਪਰ, ਪਤਾ ਕੀ ਕਹਿੰਦੇ ਨੇ? ਕਹਿੰਦੇ ਮੈਂ ਬਾਅਦ 'ਚ ਬੋਲਣਾ, ਪਰ ਮੇਰੇ ਤੋਂ ਪਹਿਲਾਂ ਪ੍ਰਧਾਨ ਸਾਹਿਬ ਨੂੰ ਜ਼ਰੂਰ ਸੁਣ।
ਡੋਂਗਲਾ ਸਾਹਿਬ ਨੂੰ ਜ਼ਰੂਰ ਸੁਣਦੇ। ਮੋਰਚੇ ਦਾ ਪ੍ਰੋਗਰਾਮ ਪ੍ਰਧਾਨ ਸਾਹਿਬ ਦੇ ਹੁਣ ਉਹਨਾਂ ਨੂੰ ਵੀ ਪਤਾ ਸੀ ਕਿ ਨੌਜਵਾਨ ਮੈਨੂੰ ਸੁਣਨਾ ਚਾਹੁੰਦੇ, ਨੌਜਵਾਨ ਭਾਈ ਅਮਰੀਕ ਸਾਹਿਬ ਨੂੰ ਸੁਣਨਾ ਚਾਹੁੰਦੇ, ਨੌਜਵਾਨ ਭਰਪੂਰ ਸਿੰਘ ਬਲਬੀਰ ਨੂੰ ਸੁਣਨਾ ਚਾਹੁੰਦੇ। ਪਰ ਇਹਦੇ ਬਾਵਜੂਦ ਵੀ ਸੰਤ ਜਰਨੈਲ ਸਿੰਘ ਨੇ ਕਦੀ ਵੀ ਮੋਰਚੇ ਦਾ ਜਿਹੜਾ ਡਿਕਟੇਟਰ ਸੀ ਉਹਦੇ ਉੱਪਰ ਇਹ ਦਬਾਅ ਨਹੀਂ ਪਾਇਆ ਵੀ ਮੈਂ ਤੈਨੂੰ ਬੋਲਣ ਨਹੀਂ ਦੇਣਾ। ਕਿਸਾਨ ਜਥੇਬੰਦੀਆਂ ਨੇ ਜਿਹੜੀ ਇਹ ਲਕੀਰ ਖਿੱਚੀ ਨਾ ਕਿ ਅਸੀਂ ਬੋਲਣ ਨਹੀਂ ਦੇਣਾ, ਉਹਦਾ ਇੱਕ ਕਾਰਨ ਹੈ ਕਿ ਜਦੋਂ ਇੰਨੇ ਵੱਡੇ ਸਮੂਹਿਕ ਇਕੱਠ ਦੇ ਵਿੱਚ ਹਰ ਵਰਗ ਦੇ, ਹਰ ਜਥੇਬੰਦੀ ਦੇ ਤੇ ਹਰ ਵਿਚਾਰਧਾਰਾ ਦੇ ਲੋਕ ਹੁੰਦੇ ਨੇ ਨਾ, ਉਹ ਸਵਾਲ ਕਰਦੇ ਨੇ। ਇਹ ਜਥੇਬੰਦੀਆਂ ਪਹਿਲਾਂ ਇਹਨਾਂ ਦੇ ਆਗੂ ਆਪਣੇ ਕੇਡਰ 'ਚ ਸੰਬੋਧਿਤ ਹੁੰਦੇ ਸੀ, 100 ਬੰਦਾ ਇਕੱਠਾ ਕਰ ਲਿਆ, 200 ਬੰਦਾ ਇਕੱਠਾ ਕਰ ਲਿਆ, ਤੇ ਇਹਨਾਂ ਨੂੰ ਸਵਾਲ ਨਹੀਂ ਸੀ ਕੀਤੇ ਜਾਂਦੇ। ਹੁਣ ਜਿਹੜਾ ਕਰ ਰਿਹਾ ਉਹ ਸਵਾਲਾਂ ਦਾ। ਇਸ ਕਰਕੇ ਜਿਹੜਾ ਨੌਜਵਾਨ ਜਿਸ ਤਰ੍ਹਾਂ ਦਾ ਪ੍ਰੋਗਰਾਮ ਮੰਗਦਾ, ਜਿਸ ਤਰ੍ਹਾਂ ਮੈਂ ਨਹੀਂ ਕਹਿੰਦਾ ਕਿ ਅਸੀਂ ਹੁਣ ਦਿੱਲੀ ਦੇ ਵਿੱਚ ਇੱਕਦਮ ਦਾਖਲ ਹੋ ਜਾਈਏ, ਨੌਜਵਾਨਾਂ ਨੂੰ ਕਤਲ ਕਰਵਾ ਲਈਏ, ਮਰਵਾ ਲਈਏ, ਨਹੀਂ। ਨੌਜਵਾਨਾਂ ਨੂੰ ਜਾਬਤੇ 'ਚ ਰੱਖਣ ਦੇ ਵਾਸਤੇ, ਨੌਜਵਾਨਾਂ ਨੂੰ ਅਗਲੀ ਪ੍ਰੋਗਰਾਮ ਦੇਣ ਦੇ ਵਾਸਤੇ, ਨੌਜਵਾਨਾਂ ਦੇ ਨਾਲ ਲਗਾਤਾਰ ਸੰਪਰਕ ਤੇ ਇਕਸਾਰਤਾ ਬਣਾਉਣ ਦੇ ਵਾਸਤੇ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਦਾ ਫਰਜ਼ ਬਣਦਾ ਸੀ ਬਾਰ-ਬਾਰ ਹਰ ਥਾਂ ਤੇ ਰੋਜ਼ ਟਰਾਲੀਆਂ 'ਚ ਜਾਂਦੇ ਨੌਜਵਾਨਾਂ ਨੂੰ ਪੁੱਛਦੇ ਤੁਸੀਂ ਕੀ ਚਾਹੁੰਦੇ ਹੋ। ਸੋ ਉਹ ਵਾਰਤਾਲਾਪ ਇਹਨਾਂ ਨੇ ਸ਼ੁਰੂ ਨਹੀਂ ਕੀਤੀ। ਤੁਸੀਂ ਵੇਖੋ ਕਿੰਨੀਆਂ ਫੋਟੋਆਂ, ਮੈਂ ਕਹਿੰਦਾ ਹਜ਼ਾਰਾਂ ਦੀ ਗਿਣਤੀ ਤੁਸੀਂ ਫੋਟੋਆਂ ਇਕੱਠੀਆਂ ਕਰ ਸਕਦੇ ਹੋ ਜਿੱਥੇ ਸੰਤ ਜਰਨੈਲ ਸਿੰਘ ਉਹਨਾਂ ਲੋਕਾਂ ਨਾਲ ਵੀ ਬੈਠੇ ਨੇ ਜਿਹੜਾ ਅੱਜ ਬਾਦਲ ਦਲ ਦੀ ਝੋਲੀ 'ਚ ਬੈਠੇ ਨੇ, ਪਰ ਗੱਲ ਕਰਨ ਦਾ ਤੇ ਸੁਣਨ ਦਾ ਮੌਕਾ ਸੰਤ ਜਰਨੈਲ ਸਿੰਘ ਨੇ ਦਿੱਤਾ। ਇਹ ਲੀਡਰਸ਼ਿਪ ਦੀ ਸਭ ਤੋਂ ਵੱਡੀ ਅਣਹੋਂਦ ਹੈ ਕਿ ਇਹ ਨੌਜਵਾਨ ਆਗੂਆਂ ਦੇ ਨਾਲ, ਨੌਜਵਾਨ ਟਰਾਲੀਆਂ 'ਚ ਬੈਠਿਆਂ ਦੇ ਨਾਲ, ਨੌਜਵਾਨ ਚਿੰਤਕਾਂ ਦੇ ਨਾਲ ਤੇ ਬਜ਼ੁਰਗ ਜਿਹੜੇ ਆਏ ਹੋਏ ਨੇ ਇਹਨਾਂ ਦੇ ਪਿੱਛੇ, ਉਹਨਾਂ ਦੇ ਨਾਲ ਰਾਬਤਾ ਬਣਾਉਣ 'ਚ ਫੇਰ ਰਿਹਾ। ਸੋ ਦੇਖੋ ਹਰ ਇੱਕ ਪੱਖ ਤੋਂ ਉਦੋਂ ਕੇ ਸਾਹਿਬ ਡਾਕਟਰ ਸਾਹਿਬ ਨੇ ਜਿਹੜੀ ਹਰ ਸਾਨੂੰ ਇਸ ਸੰਘਰਸ਼ ਦੀ ਹਰ ਇੱਕ ਕੜੀ ਤੋਂ ਜਾਣੂ ਕਰਵਾਇਆ ਹੈ ਔਰ ਸੰਘਰਸ਼ ਪੂਰਾ ਜੋਬਨ ਤੇ ਹੈ। ਉਦੋਂ ਕੇ ਸਾਹਿਬ ਆਪ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਜਿੱਥੇ ਵੀ ਸੰਘਰਸ਼ ਜਿੱਥੇ ਕਿਸਾਨ ਬੈਠੇ ਹੈ, ਯੰਗ ਬਲੱਡ ਬੈਠੇ, ਤੁਹਾਡਾ ਨਿੱਜੀ ਸੰਦੇਸ਼ ਕੋਈ? ਦੇਖੋ ਪਹਿਲਾ ਸੰਦੇਸ਼ ਤਾਂ ਇਹੀ ਹੈ ਕਿ ਇਹ ਜਥੇਬੰਦੀਆਂ ਜਿਹੜੀਆਂ ਨੇ ਇਹ 25 ਦਾ ਪ੍ਰੋਗਰਾਮ ਜਿਹੜੀਆਂ ਲੈ ਕੇ ਆਈਆਂ ਸੀ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਨੌਜਵਾਨ ਇਸ ਸੰਘਰਸ਼ ਦੇ ਵਿੱਚ ਟਰੈਕਟਰ ਦਾ ਸਟੀਅਰਿੰਗ ਆਪਣੇ ਹੱਥ 'ਚ ਨਾਲ ਹੁੰਦਾ ਤੇ ਇਹਨਾਂ ਨੇ ਹੁਣ ਤੱਕ ਕੋਈ ਬਾਰਡਰ ਤੋਂ ਬੈਠੇ। ਪਹਿਲੀ ਗੱਲ ਤਾਂ ਇਹ ਨੌਜਵਾਨਾਂ ਦੀ ਜਿਹੜੀ ਸਮੂਹਿਕ ਚੇਤਨਤਾ ਇਹਨਾਂ ਨੂੰ ਲੈ ਕੇ ਆਈ ਹੈ, ਪਰ ਇਹਦੇ ਬਾਵਜੂਦ ਵੀ ਨੌਜਵਾਨ ਜਿਹੜੇ ਨੇ ਤੁਸੀਂ 90% ਨੌਜਵਾਨ ਤੁਹਾਨੂੰ ਇਹ ਕਹਿਣਗੇ ਵੀ ਆਏ ਇਹਨਾਂ ਦੇ ਪਿੱਛੇ ਦੇ ਪ੍ਰੋਗਰਾਮ ਇਹ ਦੇ। ਸੋ ਪਹਿਲੀ ਗੱਲ ਤੇ ਪ੍ਰੋਗਰਾਮ ਦੇਣਾ ਇਹਨਾਂ ਦਾ ਫਰਜ਼ ਹੈ, ਇਹਨਾਂ ਨੂੰ ਪ੍ਰੋਗਰਾਮ ਦੇਣ ਤੋਂ ਭੱਜਣਾ ਨਹੀਂ ਚਾਹੀਦਾ। ਦੂਜੀ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਅਸੀਂ ਕਿਸੇ ਵੀ ਰੂਪ ਦੇ ਵਿੱਚ, ਇਹ ਬੇਸ਼ੱਕ ਸਾਡੇ ਤੇ ਨਾਮ ਲੈ ਕੇ ਵਿਅਕਤੀਗਤ ਹਮਲੇ ਕਰਦੇ ਨੇ, ਸਾਡੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਜਾਵੇਗਾ ਕਿਉਂਕਿ ਅਸੀਂ ਤਾਂ ਇਹੀ ਕਹਾਂਗੇ ਕਿ ਇਹ 31 ਆਗੂ ਨੇ ਤੇ ਇਹੀ ਹੁਣ ਮੋਰਚੇ ਦੀ ਅਗਵਾਈ ਜਿਹੜੀ ਆ ਉਹ ਕਰਨਗੇ। ਦੂਜੀ ਗੱਲ ਜਿਹੜੀ ਹੈ ਕਿ ਹੁਣ ਇਹਨਾਂ ਦਾ ਫਰਜ਼ ਬਣਦਾ ਹੈ ਕਿ ਜੋ ਕਹਿ ਕੇ ਆਏ ਨੇ ਤੇ ਜੋ ਇਹਨਾਂ ਨੇ ਬਿਆਨ ਦਿੱਤੇ ਨੇ ਉਹਨਾਂ ਦੇ ਉੱਪਰ ਪੂਰੇ ਰਹਿਣਾ ਬੜੀ ਫਰਜ਼ ਹੈ। ਮੈਂ ਫਿਰ ਉਹੀ ਹਵਾਲਾ ਦਿੰਦਾ, ਅਸੀਂ ਅੱਜ ਸੰਤ ਜਰਨੈਲ ਸਿੰਘ ਕੋਲ ਕਿਤਾਬਾਂ ਦੀਆਂ ਕਿਤਾਬਾਂ, ਥੀਸਿਸ ਲਿਖੇ ਜਾਂਦੇ ਨੇ। ਪਤਾ ਕਿਉਂ? ਉਹਨੇ ਇੰਨੇ ਜ਼ਿਆਦਾ ਬਿਆਨ ਨਹੀਂ ਦਿੱਤੇ ਜਿੰਨੀਆਂ ਵੱਡੀਆਂ ਕਿਤਾਬਾਂ ਪੜ੍ਹੀਆਂ, ਪਰ ਉਹਦੀ ਇੱਕ ਜਿਹੜਾ ਸ਼ਬਦ ਸੀ ਉਹ ਪਰਿਭਾਸ਼ਾ ਮੰਨਦਾ। ਜੇ ਉਹਨਾਂ ਨੇ ਕਹਿਣਾ ਕਿ ਦਰਬਾਰ ਸਾਹਿਬ ਦੇ ਅੰਦਰ ਫੀਸ ਦਾਖਲ ਹੋਏਗੀ ਤੇ ਮੈਂ ਸ਼ਹਾਦਤ ਦੇਵਾਂਗਾ, ਉਹਨਾਂ ਦੇ ਕੇ ਜੇ ਉਹਨਾਂ ਕਿਹਾ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ, ਸਰੀਰ ਦਾ ਮਰ ਜਾਣਾ ਮੌਤ ਹੈ, ਤਾਂ ਤੁਸੀਂ 10 ਗ੍ਰੰਥ ਲਿਖ ਸਕਦੇ ਹੋ। ਬਹੁਤ ਜ਼ਿਆਦਾ ਰੋਜ਼ ਬਿਆਨ ਦੇਣ ਦੀ ਅਹਿਮੀਅਤ ਨਹੀਂ ਰੱਖਦੇ ਜਿੰਨਾ ਚਿਰ ਜਿਹੜਾ ਲੀਡਰ ਆ ਉਹਨਾਂ